ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਪੰਜਾਬੀ ਦੀ ਕਵਿਤਾ ਸਮਾਂ ਜੋ ਹੈ ਉਹ ਪੜਾਂਗੇ, ਜਿਸ ਦੇ ਕਵੀ ਹਨ ਭਾਈ ਵੀਰ ਸਿੰਘ। ਪਹਿਲੇ ਆਪਾਂ ਥੋੜ੍ਹਾ ਜਿਹਾ ਭਾਈ ਵੀਰ ਸਿੰਘ ਬਾਰੇ ਜਾਣ ਲਈਏ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦਾ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਸਨ। ਭਾਈ ਸਾਹਿਬ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ, ਇਹ ਗੁਰਬਾਣੀ ਤੋਂ ਪ੍ਰਭਾਵਿਤ ਹੈ। ਉਹ ਆਪਣੀ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ 'ਤੇ ਪਹੁੰਚਣ ਵਾਲੇ ਵਿਚਾਰ ਨੂੰ ਪੇਸ਼ ਕਰਦੇ ਹਨ। ਇਸ ਦਾ ਅਰਥ ਇਹ ਹੈ ਕਿ ਉਹ ਬੜੀ ਹੀ ਗੰਭੀਰ ਗੱਲਾਂ ਆਪਣੀ ਕਵਿਤਾਵਾਂ ਦੇ ਵਿੱਚ ਦੱਸਦੇ ਹਨ। ਸਿੱਖ ਵਿਚਾਰਧਾਰਾ ਅਤੇ ਭਾਰਤੀ ਏਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹਨ। ਪ੍ਰਕਿਰਤੀ ਨੂੰ ਅਧਿਆਤਮਿਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵਰਤਿਆ ਗਿਆ ਹੈ। ਭਾਈ ਸਾਹਿਬ ਨੇ ਨਣਦ ਭਰਜਾਈ, ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਣਾ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ ਅਤੇ ਕਈ ਹੋਰ ਕਾਵਿ ਪੁਸਤਕਾਂ ਦੀ ਰਚਨਾ ਕੀਤੀ ਹੈ। ਤੇ ਹੁਣ ਅਸੀਂ ਉਹਨਾਂ ਦੀ ਬਹੁਤ ਹੀ ਪਿਆਰੀ ਕਵਿਤਾ ਸਮਾਂ ਪੜ੍ਹਨ ਜਾ ਰਹੇ ਹਾਂ, ਜਿਸ ਦੇ ਵਿੱਚ ਆਪ ਨੇ ਸਮੇਂ ਦੀ ਕਦਰ ਕਰਨ ਲਈ ਸਾਨੂੰ ਕਿਹਾ ਹੈ ਕਿ ਸਮਾਂ ਜਿਹੜਾ ਹੈ ਅਗਰ ਇੱਕ ਵਾਰੀ ਬੀਤ ਜਾਏ ਤੇ ਉਹ ਕਦੀ ਵੀ ਵਾਪਸ ਨਹੀਂ ਆਉਂਦਾ। ਇਸ ਕਰਕੇ ਸਾਨੂੰ ਜਿਹੜਾ ਹੈ ਕਦੀ ਵੀ ਆਪਣਾ ਸਮੇਂ ਵੇਸਟ ਨਹੀਂ ਕਰਨਾ ਚਾਹੀਦਾ। ਆਪ ਕੀ ਕਹਿੰਦੇ ਹਨ? ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਹੁਣ ਕੀ ਕਹਿੰਦੇ ਹਨ ਇਹਦੇ 'ਚ? ਪਹਿਲੇ ਦੇ ਦੇਖੋ ਕਿ ਇਹਦੇ 'ਚ ਰਾਈਮ ਜਿਹੜੀ ਆਪਾਂ ਇੰਗਲਿਸ਼ ਦੇ ਵਿੱਚ ਰਾਈਮ ਦੇਖਦੇ ਹਾਂ, ਉਹ ਰਾਈਮ ਸਕੀਮ ਕਿੰਨੀ ਅੱਛੀ ਹੈ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਮੰਨੀ ਆ ਗਿਆ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਫਿਰ ਕੀ ਆ ਗਿਆ? ਕੰਨੀ। ਕਿਵੇਂ ਨ ਸਕੀ ਰੋਕ ਅਟਕ ਜੋ ਪਾਈ ਪੰਨੀ। ਤੇ ਅਗਲੀ ਲਾਈਨ 'ਚ ਕਹਿੰਦੇ ਨੇ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਤੇ ਇਸ ਤਰ੍ਹਾਂ ਰਾਈਮ ਸਕੀਮ ਦੇਖੋ ਉਹਨਾਂ ਨੇ ਕਿੰਨੀ ਸੋਹਣੀ ਬਣਾ ਕੇ ਲਿਖਿਆ ਹੈ। ਆਪ ਕਹਿੰਦੇ ਹਨ, ਰਹੀ ਵਾਸਤੇ ਘੱਟ, ਵਾਸਤੇ ਹੁੰਦਾ ਤਰਲੇ ਕਰਨਾ, ਮਿੰਨਤਾਂ ਕਰਨਾ। ਘੱਟ ਦਾ ਮਤਲਬ ਪਾਉਣਾ। ਕਹਿੰਦੇ ਮੈਂ ਉਸ ਸਮੇਂ ਦੇ ਤਰਲੇ ਕਰਦਾ ਰਿਹਾ, ਮੈਂ ਉਸ ਸਮੇਂ ਦੀਆਂ ਮਿੰਨਤਾਂ ਕਰਦੀ ਰਹੀ। ਆਪਣੀ ਆਤਮਾ ਵੱਲੋਂ ਕਹਿ ਰਹੇ ਹਨ ਕਿ ਮੈਂ ਇਸ ਸਮੇਂ ਦੀਆਂ ਮਿੰਨਤਾਂ ਕਰਦੀ ਰਹੀ, ਤਰਲੇ ਕਰਦੀ ਰਹੀ। ਸਮੇਂ ਨੇ ਇੱਕ ਨਾ ਮੰਨੀ, ਪਰ ਉਸ ਸਮੇਂ ਨੇ ਮੇਰੀ ਇੱਕ ਵੀ ਗੱਲ ਨੂੰ ਨਹੀਂ ਮੰਨਿਆ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਹਿੰਦੀ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਉਸ ਸਮੇਂ ਨੂੰ ਰੋਕ ਸਕਾਂ, ਉਹਨੂੰ ਫੜ ਲਵਾਂ। ਤਰੀਕ ਨਾ ਹੁੰਦਾ ਖਿੱਚ ਕੇ ਲਿਜਾਣਾ, ਕਿ ਮੈਂ ਉਹਨੂੰ ਖਿੱਚ ਕੇ ਰੱਖ ਸਕਾਂ ਆਪਣੇ ਕੋਲ। ਲੇਕਿਨ ਸਮੇਂ ਖਿਸਕਾਈ ਕੰਨੀ, ਪਤਾ ਹੀ ਨਹੀਂ ਲੱਗਾ ਕਦੋਂ ਸਮਾਂ ਕੰਨੀ ਖਿਸਕਾ ਕੇ ਬੀਤ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਕਹਿੰਦੀ ਮੈਂ ਬੜੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਸਮੇਂ ਨੂੰ ਰੋਕ ਨਹੀਂ ਸਕੀ। ਅਟਕ ਜੋ ਪਾਈ ਪੰਨੀ, ਤੇ ਉਹਨੇ ਜੋ ਹੈ ਬਿਨਾਂ ਰੁਕੇ ਹੀ ਉਹ ਜਿਹੜਾ ਹੈ, ਅਟਕ ਮਤਲਬ ਬਿਨਾਂ ਰੁਕੇ ਹੀ ਉਹ ਸਮਾਂ ਬੀਤ ਗਿਆ। ਅੱਗੋਂ ਕਹਿੰਦੇ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਕਹਿੰਦੇ ਇੰਨੇ ਆਪਣੇ ਤ੍ਰਿਖੇ ਪ੍ਰਭਾਵ ਦੇ ਨਾਲ, ਇੰਨੀ ਤੇਜ਼ੀ ਦੇ ਨਾਲ ਉਹ ਸਮਾਂ ਕਹਿੰਦੇ ਗਿਆ ਟੱਪ ਬੰਨੋ ਬੰਨੀ, ਇੰਨੀ ਤੇਜ਼ੀ ਦੇ ਨਾਲ ਉਹ ਬੀਤ ਗਿਆ, ਜਿਸ ਤਰ੍ਹਾਂ ਕਿ ਕੋਈ ਇਨਸਾਨ ਅਗਰ ਭੱਜਣ ਲੱਗੇ ਤੇ ਕਿਸੇ ਜਗ੍ਹਾ 'ਤੇ ਛੇਤੀ ਉਹਨੇ ਪਹੁੰਚਣਾ ਹੋਵੇ ਤਾਂ ਸ਼ਾਰਟਕਟ ਮਾਰ ਕੇ ਦੀਵਾਰਾਂ ਨੂੰ ਪਾਰ ਕਰਕੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸਮਾਂ ਜੋ ਹੈ ਮੇਰੇ ਹੱਥੋਂ ਨਿਕਲ ਗਿਆ, ਭੱਜ ਗਿਆ। ਹੁਣ ਅੱਗੋਂ ਜਿਹੜੀਆਂ 4 ਸਤਰਾਂ ਦਿੱਤੀਆਂ ਹਨ, ਉਹਨਾਂ ਦੇ ਵਿੱਚ ਉਹ ਇਸ ਸਮੇਂ ਨੂੰ ਸੰਭਾਲ ਬਾਰੇ ਸਿੱਖਿਆ ਦਿੰਦੇ ਹਨ। ਕੀ ਕਹਿੰਦੇ ਹਨ? ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕਹਿੰਦੇ ਹੇ ਮਨੁੱਖ, ਹਜੇ ਵੀ ਮੌਕਾ ਹੈ, ਅਜੇ ਸੰਭਾਲ, ਤੂੰ ਸੰਭਲ ਜਾ ਇਸ ਸਮੇਂ ਨੂੰ ਅਤੇ ਇਸ ਸਮੇਂ ਨੂੰ ਸੰਭਾਲ ਲੈ, ਭਾਵ ਇਹਦਾ ਸਹੀ ਉਪਯੋਗ ਕਰ ਲੈ। ਕਰ ਸਫਲ ਉੱਡਦਾ ਜਾਂਦਾ, ਇਹ ਸਮਾਂ ਤਾਂ ਉੱਡਦਾ ਪੰਛੀਆਂ ਵਾਂਗੂ ਉੱਡਦਾ ਹੀ ਜਾਂਦਾ ਹੈ। ਇਹਦੇ ਵਿੱਚ ਜੋ ਕਾਰਜ ਵੀ ਤੂੰ ਕਰਨਾ ਹੈ, ਪ੍ਰਭੂ ਦੀ ਭਗਤੀ ਕਰਨੀ ਹੈ, ਦੁਨੀਆ ਦੇ ਕੰਮ ਕਰਨੇ ਹਨ, ਤੁਸੀਂ ਬੱਚਿਆਂ ਨੇ ਪੜ੍ਹਾਈ ਕਰਨੀ ਹੈ, ਉਹ ਸਾਰੇ ਕੰਮ ਇਸ ਸਮੇਂ 'ਤੇ ਤੂੰ ਕਰ ਲੈ।
ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕੀ ਕਹਿੰਦੇ ਹਨ, ਇਸ ਸਮੇਂ ਨੂੰ ਠਹਿਰਨ ਦਾ ਤਾਂ ਵੱਲ ਹੀ ਨਹੀਂ ਆਉਂਦਾ, ਰੁਕਣਾ ਨਹੀਂ ਆਉਂਦਾ ਇਸ ਸਮੇਂ ਨੂੰ। ਇਹਨੂੰ ਤਾਂ ਸਿਰਫ ਇੱਕੋ ਹੀ ਕੰਮ ਆਉਂਦਾ ਹੈ ਕਿ ਇਹ ਆਪਦੀ ਗਤੀ ਨਾਲ ਨਿਰੰਤਰ ਚੱਲਦਾ ਰਹਿੰਦਾ ਹੈ। ਲੰਘ ਗਿਆ ਨਾ ਮੁੜ ਕੇ ਆਉਂਦਾ, ਤੇ ਜਿਹੜਾ ਸਮੇਂ ਇੱਕ ਵਾਰੀ ਬੀਤ ਜਾਂਦਾ ਹੈ ਉਹ ਜ਼ਿੰਦਗੀ ਵਿੱਚ ਕਦੀ ਵੀ ਵਾਪਸ ਨਹੀਂ ਆਉਂਦਾ। ਭਾਵ ਇਹ ਹੈ ਕਿ ਸਮਾਂ ਜਿਹੜਾ ਹੈ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਸ ਕਰਕੇ ਸਾਨੂੰ ਸਾਰੇ ਕੰਮ ਜਿਹੜੇ ਹਨ ਰਹਿੰਦੇ ਸਮੇਂ ਵਿੱਚ ਕਰ ਲੈਣੇ ਚਾਹੀਦੇ ਹਨ। ਥੈਂਕ ਯੂ ਜੀ।